ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ FYI ਮੀਡੀਆ ਤੇ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਜਿਵੇਂ ਕਿ ਹੁਣ ਈਜ਼ ਡਾਊਨ ਹੋ ਰਿਹਾ ਸਾਰੇ ਕਿਤੇ, ਚਾਹੇ ਉਹ ਕੈਨੇਡਾ, ਚਾਹੇ ਉਹ ਅਮਰੀਕਾ ਤੇ ਚਾਹੇ ਉਹ ਕੋਈ ਵੀ ਕੰਟਰੀ ਹੈਗੀ ਹੈ। ਨਿਊਯਾਰਕ ਦੇ ਵਿੱਚ ਜਿਹੜੇ ਕੇਸ ਸੀਗੇ ਫਿਰ ਵੀ ਪਾਏ ਤਾਂ ਜਾ ਰਹੇ ਆ, ਪਰ ਫਿਰ ਵੀ ਉਹ ਸੋਚ ਰਹੇ ਆ ਕਿ ਅਸੀਂ ਈਜ਼ ਡਾਊਨ ਕਰ ਦਈਏ। ਤੇ ਨਾਲ ਹੁਣ ਕੈਲੀਫੋਰਨੀਆ ਦੇ ਵਿੱਚ ਕੱਲ ਤੋਂ ਰੀਓਪਨ ਕਰਨ ਦਾ ਜੋ ਗਾਈਡਲਾਈਨਸ ਦਿੱਤੀਆਂ ਗਈਆਂ ਗਵਰਨਰ ਦੇ ਵੱਲੋਂ, ਤੇ ਉੱਥੇ ਅਮਰੀਕਾ ਦੇ ਵਿੱਚ ਕੀ ਸਥਿਤੀ ਹੈ, ਕੈਲੀਫੋਰਨੀਆ ਦੇ ਵਿੱਚ ਕੀ ਸਥਿਤੀ ਹੈ, ਇਹ ਸਭ ਦੀ ਅਪਡੇਟ ਦੇ ਲਈ ਮੇਰੇ ਨਾਲ ਅੱਜ ਨੇ ਡਾਕਟਰ ਹਰਮਿੰਦਰ ਸਿੰਘ ਗਿੱਲ ਕੈਲੀਫੋਰਨੀਆ ਤੋਂ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਅਪਡੇਟਸ ਨੂੰ। ਸੋ ਡਾਕਟਰ ਗਿੱਲ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ FYI ਮੀਡੀਆ ਨੂੰ ਤੇ ਸਾਰੇ ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ। ਡਾਕਟਰ ਗਿੱਲ, ਕਿਵੇਂ ਹੋ? ਠੀਕ ਠਾਕ ਹੋ? ਸਭ ਕੁਝ ਵਧੀਆ ਚੱਲ ਰਿਹਾ? ਹਾਂਜੀ, ਲੋਕਾਂ ਦੇ ਨਾਲ ਹੀ ਹੈ ਜੀ, ਜਿਸ ਤਰ੍ਹਾਂ ਲੋਕਾਂ ਦਾ ਚੱਲ ਰਿਹਾ ਉਸ ਤਰ੍ਹਾਂ ਅਸੀਂ ਉੱਥੇ ਹੀ ਲਟਕੇ ਹੋਏ ਹਾਂ। ਬਿਲਕੁਲ, ਸਾਰਿਆਂ ਦੇ ਨਾਲ ਹੀ ਆ। ਜਿਵੇਂ ਤੁਸੀਂ ਕਿਹਾ ਕਿ ਹਰ ਪ੍ਰੋਵਿੰਸ, ਜੇ ਅਸੀਂ ਕੈਨੇਡਾ ਦੀ ਵੀ ਗੱਲ ਕਰ ਲਈਏ ਤਾਂ ਉੱਥੇ ਵੀ ਹੁਣ ਈਜ਼ ਡਾਊਨ ਕੀਤਾ ਜਾ ਰਿਹਾ ਹੈਗਾ। ਹੌਲੀ ਘਰਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ, ਦੇਖਿਆ ਜਾ ਰਿਹਾ ਕੀ ਮਾਹੌਲ ਹੈਗਾ। ਸੋ ਕੈਲੀਫੋਰਨੀਆ ਦੀ, ਅਮਰੀਕਾ ਦੀ ਕੀ ਅਪਡੇਟ ਹੈ, ਇੱਥੇ ਕੀ ਹੋ ਰਿਹਾ ਹੈ? ਹਾਂਜੀ, ਅਮਰੀਕਾ ਦੀ ਹੁਣ ਅਪਡੇਟ ਇਹ ਹੈਗੀ ਹੈ ਜੀ ਵੀ ਜਿਹੜੇ ਗਲੋਬ ਦੇ ਸਾਰੇ ਸਾਡੇ ਕੋਲੇ ਕੇਸਿਸ ਆ ਰਹੇ ਆ, 1/3 ਕੇਸਿਸ ਅਮਰੀਕਾ ਦੇ ਵਿੱਚ ਹੋ ਰਹੇ ਆ। ਤੇ ਨਿਊਯਾਰਕ ਦੇ ਜਿਹੜਾ ਸੀਗਾ ਕਰਵ, ਉਹ ਹੁਣ ਥੋੜਾ ਜਿਹਾ ਘਟਿਆ ਹੈਗਾ। ਦੇਰ ਇਜ਼ ਅ ਗੁੱਡ ਪੋਸੀਬਿਲਿਟੀ ਇਹੀ ਟ੍ਰੈਂਡ ਰਹੂਗਾ। ਔਰ ਕੈਲੀਫੋਰਨੀਆ ਦੇ ਵਿੱਚ ਕਦੇ ਡਿਕਲਾਈਨ ਆ ਜਾਂਦਾ, ਕਦੇ ਨੰਬਰਸ ਅਪ ਚਲੇ ਜਾਂਦੇ ਆ, ਪਰ ਕੈਲੀਫੋਰਨੀਆ ਸਟਿਲ ਸਥਿਤੀ ਉਨੀ ਮਾੜੀ ਨਹੀਂ ਜਿੰਨੀ ਕਿ ਨਿਊਯਾਰਕ ਦੇ ਵਿੱਚ ਸੀਗੀ। ਪਰ ਹੁਣ ਨਵੀਆਂ ਖਬਰਾਂ ਆ ਰਹੀਆਂ ਇੰਡੀਆ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਹਿਲਾਂ ਪ੍ਰਕੋਪ ਘੱਟ ਸੀਗਾ, ਉੱਥੇ ਵਧਣ ਦੇ ਚਾਂਸਿਸ ਲੱਗ ਰਹੇ ਹੈਗੇ ਆ। ਕਿਉਂਕਿ ਸਾਡੇ ਤਾਂ ਹੁਣ ਜਿਹੜੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਇੰਨਾ ਚਿਰ ਲੋਕਡਾਊਨ ਦੇ ਵਿੱਚ ਹੋ ਗਿਆ ਸੀ, ਔਰ ਹੁਣ ਸਲੋਲੀ ਪਹਿਲਾਂ ਸੌਫਟ ਓਪਨਿੰਗ ਹੋਈ ਸੀ, ਕੁਛ ਬਿਜ਼ਨਸਿਸ ਖੋਲ੍ਹੇ ਸੀ ਕੈਲੀਫੋਰਨੀਆ ਦੇ ਵਿੱਚ, ਥੋੜ੍ਹੇ ਖੋਲ੍ਹੇ ਸੀ, ਔਰ ਫਰਾਈਡੇ ਤੋਂ ਇੱਥੇ ਹੋਰ ਐਸਟੈਬਲਿਸ਼ਮੈਂਟਸ ਖੁੱਲ੍ਹ ਰਹੀਆਂ। ਹੁਣ ਇਹਨਾਂ ਦੇ ਰਿਜ਼ਲਟ ਅਸੀਂ ਸਾਡੇ ਨਾਲੋਂ ਪਹਿਲਾਂ ਜਿਹੜੇ ਸਟੇਟ ਪਹਿਲਾਂ ਖੁੱਲ੍ਹੇ ਸੀ, ਜਿਸ ਤਰ੍ਹਾਂ ਜਾਰਜੀਆ ਦੀ ਗੱਲ ਕਰ ਲਓ ਆਪਾਂ ਜਾਂ ਫਲੋਰੀਡਾ ਦੀ, ਉਹਨਾਂ ਦੇ ਜਿਹੜੇ 2 ਵੀਕ ਦੇ ਰਿਜ਼ਲਟਸ ਹੋਣਗੇ, ਦੋਜ਼ ਵੀ ਆਰ ਵਾਚਿੰਗ ਫॉर ਦੈਟ, ਵੀ ਉਹਨਾਂ ਦੇ ਰਿਜ਼ਲਟ ਕੀ ਆ, ਲੋਕਾਂ ਦੀ ਜਿਹੜੀ ਆਵਾਜਾਈ ਦੇ ਨਾਲ ਕਿੰਨਾ ਕੁ ਸਪਰੈਡ ਦਾ ਪ੍ਰਕੋਪ ਵਧਿਆ ਹੈਗਾ, ਜਾਂ ਡੈਥ ਦੇ ਨੰਬਰ 'ਤੇ ਫਰਕ ਪੈਂਦਾ, ਜਾਂ ਹੌਸਪੀਟਲ ਐਡਮਿਨਿਸਟ੍ਰੇਸ਼ਨ ਦੇ ਫਰਕ ਪੈਂਦਾ, ਹੌਸਪੀਟਲਾਈਜੇਸ਼ਨ ਦੇ। ਕਿਉਂਕਿ ਹੁਣ ਸਾਡੇ ਕੋਲ ਜਿਵੇਂ ਕਰੋਨਾ ਪੁਰਾਣਾ ਹੁੰਦਾ ਜਾਂਦਾ, ਥੋੜ੍ਹੀ ਬਹੁਤੀ ਇਨਫੋਰਮੇਸ਼ਨ ਆਉਂਦੀ ਜਾਂਦੀ ਆ, ਔਰ ਉਹਦੇ ਹਿਸਾਬ ਨਾਲ ਤੁਸੀਂ ਪ੍ਰਬੰਧ ਵੀ ਕਰ ਸਕਦੇ ਆ। ਜਿਹੜੀ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਵਾਪਰੀਆਂ, ਉਦੋਂ nobody was prepared. Now the things are much different. We have treatment plans, we have a more proper protective gears, PPEs, gloves, face masks, everything is there now. ਪਹਿਲਾਂ ਸ਼ੁਰੂ ਦੇ ਵਿੱਚ ਪੈਨਿਕ ਹੋਇਆ ਸੀ, ਔਰ ਇਹਨਾਂ ਚੀਜ਼ਾਂ ਦੀ ਘਾਟ ਵੀ ਆਈ ਸੀ, ਜਿਹਦੇ ਕਰਕੇ ਸਿਚੁਏਸ਼ਨ ਜ਼ਿਆਦਾ ਵਰਸਟ ਹੋਈ ਸੀਗੀ। ਜੀ ਬਿਲਕੁਲ, ਹੁਣ ਅਸੀਂ ਇਸ ਸਥਿਤੀ ਦੇ ਵਿੱਚ, ਇਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਢਾਲ ਰਹੇ ਹੈਗੇ ਆ, ਅਸੀਂ ਗਾਈਡਲਾਈਨਸ ਨੂੰ ਫੋਲੋ ਕਰ ਰਹੇ ਹੈਗੇ ਆ। ਬਹੁਤ ਚੀਜ਼ਾਂ ਹੋ ਰਹੀਆਂ ਨੇ ਸਾਇੰਸ ਦੇ ਖੇਤਰ ਦੇ ਵਿੱਚ, ਵਿਗਿਆਨੀ ਲੱਗੇ ਹੋਏ ਨੇ, ਸਾਇੰਟਿਸਟ ਲੱਗੇ ਹੋਏ ਨੇ ਤਾਂ ਕਿ ਕੋਈ ਵੈਕਸੀਨ ਆ ਜਾਵੇ, ਐਂਟੀਬਾਡੀ ਟੈਸਟ ਹੋ ਰਹੇ ਨੇ, ਬਹੁਤ ਕੁਝ ਆ ਰਿਹਾ। ਸੋ ਇੱਕ ਹਰਡ ਇਮਿਊਨਿਟੀ ਜਿਹੜੀ ਸੁਣਨ ਨੂੰ ਮਿਲ ਰਹੀ ਹੈ, ਸੋ ਹਰਡ ਇਮਿਊਨਿਟੀ ਦੇ ਉੱਤੇ ਕੀ ਕੁਝ ਹੋ ਰਿਹਾ ਹੈਗਾ, ਕੀ ਅਪਡੇਟ ਆ ਉਹਦੇ ਬਾਰੇ? ਕਿਉਂਕਿ ਹਰਡ ਇਮਿਊਨਿਟੀ ਆਪਾਂ, there is no way we can fast that. ਹਰਡ ਇਮਿਊਨਿਟੀ ਇੱਕ ਐਪੀਡੀਮੀਓਲੋਜੀ ਵਾਲਿਆਂ ਦੀ ਕਨਸੈਪਟ ਹੈਗੀ ਆ ਜੀ, ਜਿਹਦੇ ਵਿੱਚ ਕੀ ਹੁੰਦਾ ਹੈਗਾ ਵੀ ਜਦੋਂ ਸਰਟੇਨ ਡੈਮੋਗ੍ਰਾਫਿਕਸ ਦੇ ਵਿੱਚ ਕੋਈ ਪਾਪੂਲੇਸ਼ਨ 60% ਉਹਦਾ ਸਪਰੈਡ ਵੱਧ ਜਾਂਦਾ ਹੈਗਾ, ਤੇ ਦੈਨ ਵੀ ਹੈਵ ਓਨਲੀ ਫਿਊ ਪਰਸੈਂਟੇਜ ਆਫ ਪਾਪੂਲੇਸ਼ਨ ਲੈਫਟ, ਵੀ ਜਿਹੜੇ ਉਹਨਾਂ ਦੇ ਵਿੱਚ ਇਮਿਊਨਿਟੀ ਕ੍ਰੀਏਟ ਹੋ ਜਾਂਦੀ ਹੈ, ਜਾਂ ਉਹਨਾਂ ਦੇ ਵਿੱਚ ਸਪਰੈਡ ਦਾ ਉਹਨਾਂ ਪ੍ਰਭਾਵ ਨਹੀਂ ਹੁੰਦਾ ਗਾ। ਇਹ ਜਿਹੜੀਆਂ ਪੁਰਾਣੀ ਹਿਸਟਰੀ ਵੀ ਦੱਸਦੀ ਹੈ, ਜਿਹੜੇ ਪੁਰਾਣੀਆਂ ਪੈਂਡੈਮਿਕਸ ਦੇਖੀਏ, ਜਾਂ ਸਵੀਡਨ ਦੇ ਵਿੱਚ ਤੁਸੀਂ ਗੁੱਡ ਐਗਜ਼ਾਮਪਲ ਲਾ ਲਓ। ਉਹਨਾਂ ਨੇ ਜਦੋਂ ਸਾਰਾ ਯੂਰਪ ਬੰਦ ਸੀਗਾ, ਸਾਰਾ ਨਾਰਥ ਅਮਰੀਕਾ ਬੰਦ ਸੀਗਾ, ਉਦੋਂ ਦੇ ਵਰ ਸਟਿਲ ਓਪਨ। ਉਹਨਾਂ ਨੇ, ਕਿਉਂਕਿ ਜਿਹੜਾ ਕੈਪੀਟਲ ਸਿਟੀ ਹੈ ਸਟਾਕਹੋਮ, ਉਹਦੇ ਵਿੱਚ ਹੁਣ ਦੇ ਆਰ ਪ੍ਰੋਡਿਕਟਿੰਗ ਵੀ ਉੱਥੇ ਆਉਣ ਵਾਲੇ ਵੀਕ ਦੇ ਵਿੱਚ ਉਹ ਹਰਡ ਇਮਿਊਨਿਟੀ ਆ ਜਾਊਗੀ। ਦੈਟ ਮੀਨਸ ਵੀ 50 ਤੋਂ 60, ਮੇਬੀ 60 ਤੋਂ ਵੀ 70% ਤੱਕ ਜਿਹੜੇ ਲੋਕੀ ਆ, ਉਹਨਾਂ ਦੇ ਵਿੱਚ ਉਹ ਸਮ ਫਾਰਮ ਆਫ COVID-19 ਦੇ ਸਿੰਪਟਮਸ ਆਉਣਗੇ। ਜ਼ਰੂਰੀ ਨਹੀਂ ਹੈਗਾ ਵੀ ਉਹ ਸਾਰੇ ਉਹ ਸਵੀਅਰ ਇਲ ਹੋਣ ਜਾਂ ਉਹਨਾਂ ਨੂੰ ਹੌਸਪੀਟਲਾਈਜੇਸ਼ਨ ਦੀ ਜ਼ਰੂਰਤ ਪਵੇ। ਇਹੀ ਇੱਕ ਇਹਦਾ ਬੈਨੀਫਿਟ ਹੁੰਦਾ ਹਰਡ ਇਮਿਊਨਿਟੀ ਦਾ। ਜਿਸ ਤਰ੍ਹਾਂ ਹਰਡ ਜਿਹੜਾ ਸ਼ਬਦ ਲਿਆ ਗਿਆ, ਝੁੰਡ, ਪਸ਼ੂਆਂ ਦੇ ਝੁੰਡ ਨੂੰ ਆਪਾਂ ਹਰਡ ਕਹਿੰਦੇ ਹਾਂ, ਜਾਂ ਜਿਹੜਾ ਬੱਗ ਕਹਿੰਦੇ ਹੁੰਦੇ ਸੀ ਪੰਜਾਬੀ ਦੇ ਵਿੱਚ ਆਪਣੇ ਲਫ਼ਜ਼, ਉਸ ਤੋਂ ਲਿਆ ਗਿਆ ਹੈ ਜੀ। ਤੇ ਇਹਦੇ ਵਿੱਚ ਇਹੀ ਫਾਇਦਾ ਹੁੰਦਾ ਵੀ ਇਹ ਕੁਦਰਤ ਦਾ ਅਸੂਲ ਹੈਗਾ। ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਅੱਗ ਲੱਗਦੀ ਹੈਗੀ ਆ,
ਉਹਦੇ ਵਿੱਚ ਕੀ ਹੁੰਦੀ ਹੈ, ਸਰਟਨ ਪਾਪੂਲੇਸ਼ਨ ਗੈਟ ਵਾਈਪਡ ਆਊਟ। ਤੇ ਜਿਹੜੀਆਂ ਮੋਸਟ ਡਿਵੈਲਪਡ ਨੇਸ਼ਨ ਹੁੰਦੀਆਂ ਕਈ ਵਾਰੀ ਉਹਨਾਂ ਦੇ ਏਜੰਡੇ ਤੇ, ਕਿਉਂਕਿ ਪਬਲਿਕਲੀ ਤਾਂ ਇਹ ਨਹੀਂ ਦੱਸ ਸਕਦੇ ਵੀ ਸਾਡੀ ਜਿਹੜੀ ਸੀਨੀਅਰ ਪਾਪੂਲੇਸ਼ਨ ਹੈ ਜਿਨ੍ਹਾਂ ਨੇ ਕੰਟਰੀ ਨੂੰ ਬਿਲਡ ਕੀਤਾ ਹੈਗਾ ਉਹ ਸਾਡੇ ਤੋਂ ਵੱਖਰੀ ਜਾਵੇ, ਪਰ ਉਹ ਕਈ ਵਾਰੀ ਹੈਲਥ ਸਿਸਟਮ ਦੀ ਲਾਇਬਿਲਿਟੀ ਹੁੰਦੀ ਹੈ, ਉਹ ਫਿਰ ਉਹਨਾਂ ਦੇ ਘੱਟ ਅਟੈਂਸ਼ਨ ਹੁੰਦੀ ਹੈ। ਉਹ ਕਹਿੰਦੇ ਵੀ ਇਹਨਾਂ ਨੂੰ ਗੱਡੀ ਚਾੜੋ ਜੀ, ਸਾਡੇ ਲਾਇਬਿਲਿਟੀ ਘਟੇ। ਜੀ ਤੇ ਪਬਲਿਕਲੀ ਦੇ ਕੈਨਟ ਸੇ ਦੈਟ, ਬਟ ਇੰਟੈਂਸ਼ਨ ਉਹੀ ਹੁੰਦੀ ਹੈ। ਹੁਣ ਸਾਡੇ ਜਿਹੜਾ ਖੋਲ੍ਹਣ ਦਾ ਮਕਸਦ ਹੀ ਇਹ ਸੀਗਾ ਟਰੰਪ ਸਾਹਿਬ ਦੇ, ਇਹ ਇਸ ਔਨ ਹਿਜ਼ ਏਜੰਡਾ, ਵੀ ਪਬਲਿਕਲੀ ਤਾਂ ਕਹਿ ਨਹੀਂ ਸਕਦੇ, ਪਰ ਦੇਰ ਇਜ਼ ਅ ਗੁੱਡ ਪੋਸੀਬਿਲਿਟੀ ਵੀ ਉਹ ਕਹਿੰਦੇ ਕੋਈ ਗੱਲ ਨਹੀਂ, ਅਗਰ ਇਹ ਪਾਪੂਲੇਸ਼ਨ ਜਿਹੜੀ ਪਰਸੈਂਟੇਜ ਆਫ ਸੀਨੀਅਰਸ ਹੈ ਇਸ ਵਾਈਪਡ ਆਊਟ ਤਾਂ ਵੀ ਬਾਕੀ ਲੋਕੀ ਬਚ ਜਾਣ। that is the concept। ਜੇ ਹੁਣ ਮਾਡਲਿੰਗ ਜਿਵੇਂ ਡਿਫਰੈਂਟ ਕੰਟਰੀਜ਼ ਦੀ ਡਿਫਰੈਂਟ ਮਾਡਲਿੰਗ ਹੈ, ਜਿਵੇਂ ਤੁਸੀਂ ਦੱਸਿਆ ਕਿ ਹਰਡ ਇਮਿਊਨਿਟੀ ਵਾਲੇ, ਜਿਵੇਂ ਹੁਣ ਅਮਰੀਕਾ ਦੇ ਵਿੱਚ ਕਿਹਾ ਹੈਗਾ ਕਿ ਜੇ ਇੰਨੇ ਬੰਦੇ ਵਾਈਪ ਆਊਟ ਹੁੰਦੇ ਆ ਤਾਂ ਕੋਈ ਗੱਲ ਨਹੀਂ, ਜਾਂ ਉਹ ਸਾਰਿਆਂ ਦੇ ਆਪਣੇ ਆਪਣੇ ਤਰੀਕੇ ਆ। ਹੁਣ ਨਿਊਜ਼ੀਲੈਂਡ ਦੀ ਗੱਲ ਕਰ ਲਈਏ, ਨਿਊਜ਼ੀਲੈਂਡ ਦੇ ਵਿੱਚ 0 ਕੇਸ ਪਾਏ ਗਏ ਆ ਕਾਫੀ ਦਿਨਾਂ ਦੇ ਵਿੱਚੋਂ, ਤੇ ਉਹਨਾਂ ਨੇ ਹੁਣ ਲਾਕਡਾਊਨ ਵੀ ਘੱਟ ਕਰ ਦਿੱਤਾ ਹੈਗਾ ਆ। ਆਸਟ੍ਰੇਲੀਆ ਦੇ ਵਿੱਚ ਘੱਟ ਕੇਸ ਨੇ। ਸਾਊਥ ਕੋਰੀਆ ਦੀ ਐਗਜ਼ਾਮਪਲ ਲੈ ਲਈਏ, ਉਹਨਾਂ ਦੀ ਆਪਣੀ ਮਾਡਲਿੰਗ ਹੈ। ਸੋ ਸਾਰੇ ਦੇਸ਼ਾਂ ਦੀ ਉਹਨਾਂ ਦੀ ਕਿਸ ਤਰ੍ਹਾਂ ਦੀ ਮਾਡਲਿੰਗ ਹੈ ਜੋ ਸਾਡੇ ਦੇਸ਼ਾਂ ਦੇ ਨਾਲੋਂ ਡਿਫਰੈਂਟ ਹੈ, ਤਾਂ ਕਿਉਂਕਿ ਉਹਨਾਂ ਨੇ ਆਪਣੇ ਕਰੋਨਾ ਵਾਇਰਸ ਨੂੰ ਬਚਾ ਲਿਆ ਹੈਗਾ, ਲੋਕਾਂ ਨੂੰ ਕਰੋਨਾ ਵਾਇਰਸ। ਨਹੀਂ, ਸਭ ਤੋਂ ਪਹਿਲਾਂ ਤਾਂ ਜੀ ਡੈਂਸਿਟੀ ਤੇ ਡਿਪੈਂਡ ਕਰਦਾ ਹੈਗਾ ਵੀ ਕਿੰਨੇ ਡੈਂਸ ਪਾਪੂਲੇਸ਼ਨ ਹੈਗੀ ਆ। ਵੀ ਆਰ ਲੱਕੀ ਨਾਰਥ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਸਿਟੀਜ਼ ਆ, ਜਿਵੇਂ ਕੈਲੀਫੋਰਨੀਆ ਜਾਂ ਤੁਸੀਂ BC ਦੇ ਵਿੱਚ ਬੈਠੇ ਆ, ਸਕੈਟਰਡ ਹੈਗੇ ਆ। ਕਈ ਏਰੀਆ ਇਹੋ ਜਿਹੇ ਹੈਗੇ ਆ ਜਿੱਥੇ ਮਤਲਬ ਪਰ ਸਕੁਅਰ ਮਾਈਲ ਦੇ ਵਿੱਚ ਪਰ ਕੈਪੀਟਾ ਲੋਕਾਂ ਦੀ ਪਾਪੂਲੇਸ਼ਨ ਘੱਟ ਹੈਗੀ ਆ, ਉੱਥੇ ਉਹਦਾ ਸਕੋਪ ਘੱਟ ਹੈਗਾ। ਪਰ ਗੁੱਡ ਐਗਜ਼ਾਮਪਲ ਹੈਗੀ ਆ ਹਾਂਗਕਾਂਗ, ਵਨ ਆਫ ਦਾ ਨੇਸ਼ਨ ਜਿੱਥੇ ਕਾਫੀ ਪਾਪੂਲੇਸ਼ਨ, ਈਵਨ ਨਿਊਯਾਰਕ ਨਾਲੋਂ ਵੀ ਪਾਪੂਲੇਟਡ ਹੈਗੇ ਆ, ਉੱਥੇ ਉਹਨਾਂ ਨੇ ਕੰਟਰੋਲ ਕਰ ਲਿਆ। ਆਪਾਂ ਨੂੰ ਉਹੋ ਜਿਹੇ ਮਾਡਲਸ ਦੀ, ਜਿਹੜੇ ਇਸ ਤਰ੍ਹਾਂ ਦੇ ਮਾਡਲ ਸਾਡੇ ਕੋਲੇ ਹੈਗੇ ਆ, ਉਹਨਾਂ ਨੂੰ ਸਟੱਡੀ ਕਰਨ ਦੀ ਜ਼ਰੂਰਤ ਹੈ। ਕਿਉਂਕਿ ਮੈਂ ਹਾਂਗਕਾਂਗ ਦੇ ਨਾਲ ਰਿਲੇਟਡ ਵੀ ਰਿਹਾ, ਮੈਂ 2 ਸਾਲ ਮੈਨੂੰ ਰਹਿਣ ਦਾ ਮੌਕਾ ਮਿਲਿਆ ਅਰਲੀ 80s ਦੇ ਵਿੱਚ। ਹੁਣ ਵੀ ਮੇਰੇ ਰਿਲੇਟਿਵ ਉੱਥੇ ਨੇ, ਮੇਰੇ ਇਨ-ਲॉज ਉੱਥੇ ਨੇ, ਉਹਨਾਂ ਦੇ ਨਾਲ ਗੱਲ ਹੁੰਦੀ ਰਹਿੰਦੀ ਹੈ। ਵਟ ਦੇ ਆਰ ਡੂਇੰਗ ਡਿਫਰੈਂਟ, ਉਹਨਾਂ ਦਾ ਜਿਹੜਾ ਹੈਲਥ ਸਿਸਟਮ ਹੈਗਾ, ਤੁਸੀਂ ਯੂ ਵਿਲ ਬੀ ਸਰਪ੍ਰਾਈਜ਼, ਇਸ ਦਾ ਓਨਲੀ ਕੰਟਰੀ ਉਹਨਾਂ ਨੂੰ ਤੁਹਾਨੂੰ ਘਰ ਦੇ ਵਿੱਚ ਮਾਸਕ ਮੇਲ ਦੇ ਵਿੱਚ ਆਇਆ ਕਰਨਗੇ ਜੀ ਫਰੋਮ ਦਿਸ ਵੀਕ। ਉਹ ਤੁਸੀਂ ਮਤਲਬ ਰੀਯੂਜ਼ੇਬਲ ਮਾਸਕ ਹੈਗੇ ਆ, ਉਹ 30 ਡੇਜ਼ ਉਹਨਾਂ ਦੀ ਐਕਸਪਾਇਰੀ ਹੋਊਗੀ। 30 ਡੇਜ਼ ਦੇ ਵਿੱਚ ਤੁਸੀਂ ਉਹਨੂੰ ਵਾਸ਼ ਕਰਕੇ ਯੂਜ਼ ਕਰ ਸਕਦੇ ਆ। ਉਸ ਤੋਂ ਬਾਅਦ ਉਹਨਾਂ ਨੂੰ ਯੂ ਵਿਲ ਗੈਟ ਅ ਨਿਊ ਵਨ ਇਨ ਦਾ ਮੇਲ। ਸਾਰੇ ਲੋਕਾਂ ਨੂੰ, ਜਿੰਨੇ ਵੀ ਲੋਕੀ ਹੈਗੇ ਆ, ਦੈਟਸ ਅ ਗੁੱਡ ਸਟੈਪ। ਉਸ ਤੋਂ ਬਾਅਦ ਜਿਹੜੀ ਕੰਟੈਕਟ ਟ੍ਰੇਸਿੰਗ ਹੈ ਉੱਥੇ, ਉਹ ਕਾਫੀ ਇਫੈਕਟਿਵ ਹੈਗੀ ਆ। ਵੈਨ ਯੂ ਕਮ, ਤੁਹਾਡੀ ਜਿਹੜੀ ਐਪ ਫੋਨ ਦੇ ਉੱਤੇ ਐਪ ਹੈਗੀ ਆ, ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਅਗਰ ਕੋਈ ਬੱਸ ਦੇ ਵਿੱਚ ਬੈਠਾ ਤੁਹਾਡੀ ਨੇੜੇ ਵਿਦਿਨ 6 ਫੀਟ ਜਾਂ 10 ਫੀਟ 20 ਫੀਟ ਦੇ ਵਿੱਚ ਹੈਗਾ ਕੋਈ ਜਿਹੜਾ ਪੋਜ਼ਿਟਿਵ ਹੈਗਾ ਜਾਂ ਜਿਹੜਾ ਕੰਟੈਕਟ ਦੇ ਵਿੱਚ ਆਇਆ, ਤਾਂ ਦੋਜ਼ ਕਾਈਂਡ ਆਫ ਥਿੰਗਸ ਵੀ ਨੀਡ ਟੂ ਡੂ ਦੋਜ਼। ਤੇ ਸਵੀਡਨ ਇਜ਼ ਅ ਗੁੱਡ ਐਗਜ਼ਾਮਪਲ। ਜਿਹੜੇ ਕੰਟਰੀ ਦੇ ਵਿੱਚ ਹੁਣ ਜਿਵੇਂ ਬਾਕੀ ਤਾਂ ਜਿਹੜੇ ਆਪਾਂ ਨੂੰ ਜਿਹੜੀਆਂ ਓਪਨਿੰਗ ਦੇ ਰਿਜ਼ਲਟ ਆਪਾਂ ਨੂੰ ਵੀਕ 2 ਵੀਕ ਤੱਕ ਆਉਣਗੇ ਕਿ ਨੰਬਰ ਕਿੱਧਰ ਨੂੰ ਜਾਂਦੇ ਹੈਗੇ ਆ। ਤੇ ਨਾਓ ਦੇਰ ਨਿਊ ਸਰਚਸ ਕਮਿੰਗ, ਵੀ ਇਹ ਕਹਿ ਰਹੇ ਹੈਗਾ ਹਾਂਗਕਾਂਗ ਦੇ ਮਾਡਲ ਤੋਂ ਹੀ ਮੈਂ ਗੱਲ ਕਰਦਾ, ਉਹਨਾਂ ਨੇ ਜਿਹੜੀਆਂ ਐਸਕਲੇਟਰ ਸੀਗੀਆਂ ਉਹਨਾਂ ਦੇ ਉੱਤੇ ਅਲਟਰਾਵਾਇਲਟ ਰੇਜ਼ ਵਾਲੀਆਂ ਲਾਈਟਸ ਲਾਈਆਂ ਤਾਂ ਕਿ ਜਰਮ ਨੂੰ ਕਿਲ ਕਰ ਸਕਣ। ਲਿਫਟ ਦੇ ਵਿੱਚ ਜਿਹੜੇ ਸੀ ਉਹਨਾਂ ਦੇ ਤਕਰੀਬਨ ਬਟਨਸ ਵਗੈਰਾ ਸੀ, ਉਹਨਾਂ ਨੂੰ ਸਾਰਿਆਂ ਨੂੰ ਕਵਰ ਕੀਤਾ ਹੈਗਾ। ਤੇ ਦੋਜ਼ ਕਾਈਂਡ ਆਫ ਸਟੈਪਸ ਦੇ ਆਰ ਡੂਇੰਗ and we need to be following that if they are effective in bringing the number down। ਜਿਵੇਂ ਕੈਲੀਫੋਰਨੀਆ ਦੇ ਵਿੱਚ ਵੀ ਈਜ਼ ਡਾਊਨ ਕਰਨ ਨੂੰ ਕਿਹਾ ਗਿਆ ਹੈਗਾ ਆ ਕਿ ਰੀਓਪਨ ਹੋ ਜਾਏਗਾ, ਤੇ ਹੁਣ ਅਮਰੀਕਾ ਦੇ ਵਿੱਚ ਕਾਫੀ ਈਵਨ ਨਿਊਯਾਰਕ ਵੀ ਆਪਣਾ ਫਰੇਮਵਰਕ ਦੇਣ ਨੂੰ ਤਿਆਰ ਹੈਗੀ ਹੈ ਕਿ ਅਸੀਂ ਵੀ ਰੀਓਪਨ ਕਰ ਸਕਦੇ ਹਾਂ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਟਾਈਮ ਦੇ ਵਿੱਚ ਰੀਓਪਨ ਕਰਨਾ ਵਧੀਆ ਸਟੈਪ ਹੋਊਗਾ ਗਵਰਨਮੈਂਟਸ ਦੇ ਵੱਲੋਂ? ਕਿਉਂਕਿ ਐਜ਼ ਅ ਮੈਡੀਕਲ ਤੁਸੀਂ ਹੁਣ ਡਾਕਟਰ ਹੈਗੇ ਆ, ਤੇ ਤੁਹਾਨੂੰ ਕੀ ਕਹਿ ਸਕਦੇ ਆ ਤੁਸੀਂ ਇਹਦੇ ਵਿੱਚ ਕਿ ਜਦੋਂ ਰੀਓਪਨ ਹੋ ਗਿਆ ਕਿ ਦੁਬਾਰਾ ਜਿਹੜੀ ਸੈਕੰਡ ਵੇਵ ਦੀ ਗੱਲ ਕਰ ਰਿਹਾ ਉਹ ਆ ਸਕਦੀ ਹੈ ਜੇ ਦੁਬਾਰਾ ਹੁਣ ਇਸ ਟਾਈਮ ਦੇ ਉੱਤੇ ਈਜ਼ ਡਾਊਨ ਹੁੰਦਾ ਤਾਂ? ਯਾ ਇਸ ਅਨਪ੍ਰੈਡਿਕਟੇਬਲ ਬਿਹੇਵੀਅਰ ਆਫ ਦਾ ਵਾਇਰਸ, ਇਹ ਵੀ ਕੁਝ ਵੀ ਹੋ ਸਕਦਾ। ਜਿਹੜਾ ਸੈਕੰਡ ਵੇਵ ਤਾਂ ਪ੍ਰੈਡਿਕਟਡ ਹੀ ਹੈਗੀ ਆ ਵੀ ਵੈਨ ਫਲੂ ਸਿੰਪਟਮ, ਜਿਹੜੇ ਫਲੂ ਸੀਜ਼ਨ ਅੱਗੇ ਫਿਰ ਦੁਬਾਰਾ ਆਊਗਾ ਵਿੰਟਰ ਦੇ ਵਿੱਚ, ਉਦੋਂ ਤਾਂ ਗੁੱਡ ਪੋਸੀਬਿਲਿਟੀ ਹੈਗੀ ਆ। ਪਰ ਨਾਓ ਆਪਾਂ ਕਿੰਨਾ ਕੁ ਚਿਰ ਬੈਠ ਸਕਦੇ ਹਾਂ ਅੰਦਰ ਘਰਾਂ ਦੇ ਵਿੱਚ? ਲੋਕਡਾਊਨ, ਲੋਕਾਂ ਦੀ ਜਿਹੜੀ ਪੇਸ਼ੈਂਸ ਹੈ ਉਹਦਾ ਇਮਤਿਹਾਨ ਹੁਣ ਖਤਮ ਹੋ ਗਿਆ। ਲੋਕੀ ਸੜਕਾਂ ਦੇ ਉੱਤੇ ਆ ਰਹੇ ਸੀ, ਕਈ ਕੰਟਰੀਆਂ ਦੇ ਵਿੱਚ, ਕਈ ਸਟੇਟ ਦੇ ਵਿੱਚ ਮੁਜ਼ਾਹਰੇ ਹੋਏ ਆ। ਲੋਕੀ ਸਟੇਟ ਕੈਪੀਟਲ ਦੇ ਵਿੱਚ ਜਾ ਕੇ ਉਹ ਫਿਰ ਕਹਿ ਰਹੇ ਆ ਵੀ ਸਾਨੂੰ ਇਜਾਜ਼ਤ ਦਿਓ।
ਤੇ ਇਨ ਦੈਟ ਕੇਸ ਗਿਵਨ ਦੋ ਸਿਚੁਏਸ਼ਨ ਖੋਲ੍ਹਣ ਦਾ ਸਾਡੇ ਵਾਸਤੇ ਇਨਐਵਿਟੇਬਲ ਹੈ, ਖੋਲ੍ਹਣ ਦਾ ਪੈਣਾ ਹੀ ਆਪਾਂ ਨੂੰ ਮੁਲਕ ਤਾਂ, ਪਰ ਵੀ ਹੈਵ ਟੂ ਲਰਨ ਵੇਜ਼ ਵੀ ਹਾਊ ਵੀ ਕੈਨ ਲਿਵ ਵਿਦ ਇਟ, ਹਾਊ ਵੀ ਆਪਾਂ ਨੂੰ ਸਾਰੇ ਜਿਹੜੀਆਂ ਆਪਦਾ ਬਿਹੇਵੀਅਰ ਚੇਂਜ ਕਰਨਾ ਪਊਗਾ, ਬਿਜ਼ਨਸ ਮਾਡਲਸ ਚੇਂਜ ਕਰਨੇ ਪੈਣਗੇ, ਬਿਜ਼ਨਸ ਸਟਰਕਚਰ ਚੇਂਜ ਕਰਨੇ ਪੈਣਗੇ। ਹੁਣ ਅੱਗੇ ਤੁਸੀਂ ਵੀ ਨੈਵਰ ਥਾਟ ਬਈ ਅਸੀਂ ਵੀਡੀਓ ਕਾਨਫਰੰਸ ਕਰਕੇ ਪੇਸ਼ੈਂਟ ਦੇਖਿਆ ਕਰਾਂਗੇ, ਜਾਂ ਜਿਹੜੇ ਰੈਸਟੋਰੈਂਟ ਦੇ ਵਿੱਚ 6 ਫੁੱਟ ਤੋਂ ਜ਼ਿਆਦਾ ਲੱਗਣਗੇ, ਔਰ ਲੋਕੀ ਪ੍ਰੈਫਰ ਆਊਟਡੋਰ ਸਟੇ ਕਰਨ ਵਾਸਤੇ ਲੋਕੀ ਜ਼ਿਆਦਾ ਪ੍ਰੈਫਰ ਕਰਨਗੇ, ਸਮਰ ਇਜ਼ ਕਮਿੰਗ। ਫਿਰ ਜਿਸ ਤਰ੍ਹਾਂ ਕੋਈ ਹੋਰ ਬਿਜ਼ਨਸਿਸ ਹੈਗੇ ਆ ਮਾਲਸ ਵਗੈਰਾ ਦੇ ਵਿੱਚ ਈਵਨ ਖੋਲ ਵੀ ਦੇਣ ਲੋਕੀ, ਦੇ ਪੀਪਲ ਦੇ ਆਰ ਅਫਰੇਡ ਟੂ ਗੋ। ਹੁਣ ਜਿਹੜੀ ਆ 2 ਵੀਕਾਂ ਦੇ ਵਿੱਚ ਜਿੱਥੇ ਰੈਸਟੋਰੈਂਟ ਖੁੱਲੇ ਹੈਗੇ ਆ, no one is going there, or only 10% of the population is going there, ਕਿਉਂਕਿ ਲੋਕੀ ਹਲੇ ਰਿਸਕ ਨਹੀਂ ਲੈਣਾ ਚਾਹੁੰਦੇ। ਤੇ these are the things, ਸਕੂਲ ਹਲੇ ਬੰਦ ਹੈਗੇ ਆ, ਕੁਛ ਮੋਂਟਾਨਾ ਦੇ ਵਿੱਚ, ਸਾਡੇ ਇੱਥੇ ਸਟੇਟਸ ਦੇ ਵਿੱਚ, ਮੋਂਟਾਨਾ ਸਟੇਟ ਦੇ ਵਿੱਚ ਸਕੂਲ ਖੋਲੇ ਹੈਗੇ ਆ, ਔਰ ਰੈਸਟ ਆਫ ਦਾ ਵਰਲਡ ਮਤਲਬ ਇਹਨਾਂ 1-2 ਕੰਟਰੀਆਂ ਨੂੰ, ਸਾਊਥ ਕੋਰੀਆ, ਹਾਂਗਕਾਂਗ ਤੇ ਦੂਸਰਿਆਂ ਨੂੰ ਛੱਡ ਕੇ ਹਲੇ ਸਾਰੇ ਮਤਲਬ ਲੋਕਡਾਊਨ ਹੀ ਹੈਗੇ ਲੋਕੀ। ਜੀ ਬਿਲਕੁਲ ਡਾਕਟਰ ਗਿੱਲ, ਆਪਾਂ ਸਾਇੰਸ ਦੇ ਵਰਲਡ ਦੇ ਵਿੱਚ ਕੀ ਹੋ ਰਿਹਾ ਹੈਗਾ, ਕੀ ਰਿਸਰਚਸ ਹੋ ਰਹੀਆਂ ਨੇ, ਖਾਸ ਕਰਕੇ ਹੋਮਿਓਪੈਥੀ ਦੇ ਫੀਲਡ ਦੇ ਵਿੱਚ ਕੀ ਰਿਸਰਚਸ ਹੋ ਰਹੀਆਂ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ, ਪਰ ਬ੍ਰੇਕ ਦੇ ਲਈ ਰੁਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਹਾਂਜੀ, ਠੀਕ। Welcome back after a short break. You are watching FYI Media ਤੇ ਮੇਰੇ ਨਾਲ ਅੱਜ ਗੱਲਬਾਤ ਕਰ ਰਹੇ ਨੇ ਡਾਕਟਰ ਹਰਮਿੰਦਰ ਸਿੰਘ ਗਿੱਲ, ਜੋ ਕਿ ਕੈਲੀਫੋਰਨੀਆ ਤੋਂ ਨੇ। ਤੇ ਡਾਕਟਰ ਗਿੱਲ, ਅਸੀਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕੀਤੀ ਸੀਗੀ ਕਿ ਕੀ ਕੁਝ ਹੋ ਰਿਹਾ ਅਮਰੀਕਾ ਦੇ ਵਿੱਚ, ਡਿਫਰੈਂਟ ਦੇਸ਼ਾਂ ਦੇ ਵਿੱਚ ਮਾਡਲਿੰਗ ਕਿਵੇਂ ਕੀਤੀ ਗਈ ਹੈ COVID-19 ਤੋਂ ਬਚਾਉਣ ਦੇ ਲਈ। ਹੁਣ ਐਜ਼ ਅ ਹੋਮਿਓਪੈਥਿਕ ਡਾਕਟਰ, ਹੁਣ ਇੰਡੀਆ ਦੇ ਵਿੱਚ ਜਿਹੜੀ ਇੱਕ ਕੰਪਨੀ ਨੇ ਰਿਸਰਚ ਕੀਤੀਆਂ ਸੀ, ਉਹਨਾਂ ਨੇ ਸਟੱਡੀ ਕੀਤੀ ਸੀ ਕਿ COVID-19 ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਪੇਸ਼ੈਂਟਸ ਨੂੰ COVID-19 ਤੋਂ ਬਚਾਇਆ ਜਾਵੇ, ਕੋਈ ਵੈਕਸੀਨ ਤਿਆਰ ਕੀਤੀ ਜਾਵੇ। ਸੋ ਕੀ ਹੈ ਉਹ ਮਾਡਲਿੰਗ, ਕੀ ਰਿਸਰਚ ਹੋਈ ਹੈ, ਉਹਦੇ ਬਾਰੇ ਵੀ ਇਨਫੋਰਮੇਸ਼ਨ ਦਿਓ। ਕਿਉਂਕਿ ਜਿੰਨੀਆਂ ਵੀ ਹੈਲਥ ਐਸਟੈਬਲਿਸ਼ਮੈਂਟਸ ਹੁੰਦੀਆਂ ਜੀ, ਜਦੋਂ ਕੋਈ ਕ੍ਰਾਈਸਿਸ ਦਾ ਵੇਲਾ ਆਉਂਦਾ ਹੈਗਾ, ਉਹਨਾਂ ਦੀ ਵੀ ਰੇਸ ਅਗੇਂਸਟ ਦਾ ਟਾਈਮ ਹੁੰਦੀ ਹੈਗੀ ਆ। ਹਰੇਕ ਨੂੰ ਹੁੰਦਾ ਵੀ ਮੈਂ ਆਪਣਾ ਹੁਣ ਇਹ ਮੌਕਾ ਹੈਗਾ ਸ਼ੋਅ ਕਰਨ ਦਾ, ਤੇ ਮੈਂ ਆਪਣੀ ਜਿਹੜੀ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਂ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਾਂ। ਉਸੇ ਤਰ੍ਹਾਂ ਜਿਹੜਾ ਅਲਟਰਨੇਟਿਵ ਮੈਡੀਸਨ ਦੇ ਉੱਤੇ ਕਾਫੀ ਰਿਸਰਚ ਹੋ ਰਹੀ ਹੈ, ਕਈ ਲੋਕੀ ਉਹਦੇ ਤੇ ਬਿਲੀਵ ਕਰਦੇ ਆ, ਕਈ ਨਹੀਂ ਕਰਦੇ ਗੇ। ਇੰਡੀਆ ਗੌਰਮੈਂਟ ਦੇ ਵਿੱਚ ਜਿਹੜੀ ਹੈਗੀ ਆ ਹੋਮਿਓਪੈਥੀ, ਆਯੁਰਵੇਦਾ, ਇਸ ਰੈਕੋਗਨਾਈਜ਼ਡ ਐਟ ਦਾ ਫੈਡਰਲ ਲੈਵਲ। ਸਟੇਟਾਂ ਦੇ ਵਿੱਚ ਵੀ ਗੌਰਮੈਂਟ ਦੀਆਂ ਡਿਸਪੈਂਸਰੀਆਂ ਹੈਗੀਆਂ, ਹਸਪੀਟਲਸ ਹੈਗੇ ਆ, ਔਰ ਜਿਹੜੀ ਫੈਡਰਲ ਗੌਰਮੈਂਟ ਜਿਹਨੂੰ ਆਪਾਂ ਸੈਂਟਰ ਗੌਰਮੈਂਟ ਕਹਿੰਦੇ ਆ, ਉਹਦੇ ਵਿੱਚ ਵੀ ਇੱਕ ਡਿਪਾਰਟਮੈਂਟ ਹੈਗਾ ਮਿਨਿਸਟਰੀ ਆਫ ਹੈਲਥ ਦੇ ਅੰਡਰ, ਉਹਨੂੰ ਆਯੂਸ਼ ਦਾ ਨਾਂ ਦਿੱਤਾ ਗਿਆ, ਪਹਿਲਾਂ ਕੋਈ ਹੋਰ ਨਾਂ ਹੋਣਾ। ਹੁਣ ਉਹਨਾਂ ਨੇ ਆਯੁਰਵੈਦਿਕ, ਹੋਮਿਓਪੈਥਿਕ, ਯੂਨਾਨੀ ਸਾਰਾ ਇਕੱਠਾ ਕਰਕੇ ਅਲਟਰਨੇਟਿਵ ਮੈਡੀਸਨ ਦਾ ਉਹਨੂੰ ਆਯੂਸ਼ ਦਾ ਨਾਂ ਦਿੱਤਾ। ਉਹਨਾਂ ਦੇ ਜਿਹੜੇ ਡਾਇਰੈਕਟਰ ਸੀ, ਆਮ ਤੌਰ 'ਤੇ ਪਹਿਲਾਂ ਜਿਸ ਤਰ੍ਹਾਂ ਸਾਡੇ ਹੋਮਿਓਪੈਥਿਕ ਡਾਕਟਰ ਲੈ ਲਓ ਜਾਂ ਆਯੁਰਵੈਦਿਕ ਵਾਲੇ ਆ, ਉਹ ਆਪੋ ਆਪਣੀਆਂ ਰਿਕਮੈਂਡੇਸ਼ਨ ਦੇ ਰਹੇ ਸੀ। ਦੈਨ ਦੇ ਕੇਮ ਅਪ ਵਿਦ ਅ ਸਟੱਡੀ, ਉਹਨਾਂ ਨੇ ਕੁਛ ਰਿਕਮੈਂਡੇਸ਼ਨ ਕੀਤੀਆਂ ਵੀ ਜਿਹੜੇ ਇਹ ਹੋਮਿਓਪੈਥਿਕ ਪ੍ਰੋਫੀਲੈਕਸਿਸ ਹੈਗੇ ਆ, ਜਿਹੜੇ ਪ੍ਰੀਵੈਂਟ ਕਰਨ ਵਾਸਤੇ ਹੈਲਪ ਕਰ ਸਕਦੇ ਆ। ਉਹਦੀਆਂ ਜਿਹੜੀਆਂ ਇੱਕ ਆਰਸੈਨਿਕ ਐਲਬਮ ਸਾਡੀ ਮੈਡੀਸਨ ਹੈਗੀ ਆ, ਉਹਦੀਆਂ 76 ਲੱਖ ਡੋਜ਼ਿਸ ਉਹਦੀਆਂ ਲੋਕਾਂ ਦੇ ਵਿੱਚ ਵੰਡੀਆਂ ਗਈਆਂ, ਜਿਨ੍ਹਾਂ ਨੂੰ ਪ੍ਰੀਵੈਂਟ ਕਰਨ ਵਾਸਤੇ, ਮਤਲਬ ਇਹਨੂੰ COVID-19 ਨੂੰ। ਇਸੇ ਤਰ੍ਹਾਂ 6 ਕਰੋੜ ਦੇ ਕਰੀਬ ਜਿਹੜੀਆਂ ਆਯੁਰਵੈਦਿਕ ਦੀਆਂ ਉਹਨਾਂ ਦੀ ਰਿਕਮੈਂਡੇਸ਼ਨ ਸੀਗੀ। ਦੈਨ ਦੇ ਕੇਮ ਅਪ ਵਿਦ ਸਟੱਡੀ ਜਿਹੜੀ April 10 ਨੂੰ ਸ਼ੁਰੂ ਹੋਈ ਸੀ। ਉਹਨਾਂ ਨੇ ਪਿਕ ਕੀਤੇ ਅਰਸ਼ੀ 19 ਕੁਆਰੰਟਾਈਨ ਸੈਂਟਰਸ। ਕੁਆਰੰਟਾਈਨ ਦਾ ਮਤਲਬ ਹੁੰਦਾ ਵੀ ਜਿਹੜੇ ਲੋਕੀ ਕਿਸੇ ਪੇਸ਼ੈਂਟ ਦੇ ਕੰਟੈਕਟ ਦੇ ਵਿੱਚ ਆਏ ਆ ਜਾਂ ਸਸਪੈਕਟਡ ਹੈਗੇ ਆ, ਉਹਨਾਂ ਨੂੰ ਆਪਾਂ ਅਲੱਗ ਰੱਖਿਆ ਜਾਂਦਾ 14 ਦਿਨ ਵਾਸਤੇ। ਤੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜੇ 19 ਕੁਆਰੰਟਾਈਨ ਸੈਂਟਰ ਤੋਂ 6210 ਲੋਕੀ ਜਿਹੜੇ ਸੀਗੇ, ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਆਯੁਰਵੈਦਿਕ ਪ੍ਰੋਫਾਈਲੈਕਸਿਸ ਲੈਣਾ ਜਾਂ ਹੋਮਿਓਪੈਥਿਕ ਲੈਣਾ। 3585 ਲੋਕਾਂ ਨੇ ਆਯੁਰਵੈਦਿਕ ਵਾਲਾ ਪਿਕ ਕੀਤਾ, ਜਦੋਂ ਕਿ 2625 ਲੋਕਾਂ ਨੇ ਉਹ ਹੋਮਿਓਪੈਥਿਕ ਦੀ ਜਿਹੜੀ ਮੈਡੀਸਨ ਸੀਗੀ ਉਹਦਾ ਇਸਤੇਮਾਲ ਕੀਤਾ। ਤੇ ਦੇ ਗੋਟ ਵੈਰੀ ਸਰਪ੍ਰਾਈਜ਼ਿੰਗ ਰਿਜ਼ਲਟਸ। ਇਫ ਦੈਟ ਇਜ਼ ਟਰੂ, there will be a benchmark in homeopathic or ayurveda alternate medicine ਦੇ 6210 ਕੇਸਿਸ ਦੇ ਵਿੱਚੋਂ ਸਿਰਫ 11 ਕੇਸਿਸ ਸੀਗੇ ਜਿਹੜੇ ਉਹਦੇ ਵਿੱਚੋਂ ਪੋਜ਼ਿਟਿਵ ਪਾਏ ਗਏ,
ਜਦੋਂ ਕਿ ਬਾਕੀ ਕੇਸਿਸ ਸਾਰੇ ਨੈਗੇਟਿਵ ਪਾਏ ਗਏ। ਔਰ 11 ਕੇਸਿਸ ਦੇ ਵਿੱਚ ਵੀ ਫੁੱਟਨੋਟ ਦੇ ਵਿੱਚ ਉਹਨਾਂ ਨੇ ਲਿਖਿਆ ਹੈਗਾ, ਉਹਨਾਂ ਨੇ ਉਹ ਇਸ ਕਰਕੇ ਪੋਜ਼ਿਟਿਵ ਪਾਏ ਗਏ ਕਿ ਉਹਨਾਂ ਨੇ ਜਿਹੜੀ ਸਟੱਡੀ ਸੀਗੀ ਉਹ ਲੇਟ ਜੁਆਇਨ ਕੀਤੀ ਸੀ। ਉਹ ਜਿਹੜਾ 7 ਦਿਨ ਦੇ ਵਾਸਤੇ ਉਹਨਾਂ ਨੂੰ ਉਹ ਮੈਡੀਸਨ ਦੇਣੀ ਸੀ, ਉਹ ਨਹੀਂ ਦਿੱਤੀ ਗਈ ਸੀ। ਤੇ ਜਦੋਂ ਉਹਨਾਂ ਨੂੰ ਦਿੱਤੀ ਦੈਨ ਉਹਨਾਂ ਦੀ ਆਊਟਕਮ ਵਾਜ਼ ਡਿਫਰੈਂਟ। ਤੇ ਹੁਣ ਡਿਪੈਂਡ ਕਰਦਾ ਹੈਗਾ ਵੀ ਸਟੱਡੀ ਕਿੰਨੀ ਕੁ ਅਥੈਂਟੀਕੇਟਡ ਹੈਗੀ ਹੈ ਜੀ, ਕਿਉਂਕਿ ਸਟੱਡੀ ਤਾਂ ਕੋਈ ਵੀ ਉੱਠ ਕੇ ਆਪਣੀ ਕਰ ਸਕਦਾ ਹੁੰਦਾ, ਪਰ ਉਹ ਜਿੰਨਾ ਚਿਰ ਕੋਈ ਕਿਸੇ ਜਰਨਲ ਦੇ ਵਿੱਚ ਪਬਲਿਸ਼ ਨਹੀਂ ਹੁੰਦੀ, ਜਿਹੜੇ ਮੈਡੀਕਲ ਜਰਨਲਸ ਹੈਗੇ ਜਿਵੇਂ ਲੈਂਸੈਂਟ ਹੋਇਆ, ਜੈਮਾ ਹੋਇਆ, ਬ੍ਰਿਟਿਸ਼ ਮੈਡੀਕਲ ਜਰਨਲ ਹੋਇਆ, ਜਿਹੜੇ ਰਿਨੋਨਡ ਜਰਨਲ ਹੈਗੇ ਆ, ਕਿਉਂਕਿ ਉਹੀ ਡਾਟਾ ਜਾਂ ਜਿਹੜੀ ਉਹਦੀ ਅਥੈਂਟਿਸਿਟੀ ਤਾਂ ਹੀ ਮੰਨੀ ਜਾਊਗੀ ਅਗਰ ਉਹ ਸਟੱਡੀ ਅਥੈਂਟੀਕੇਟ ਕੀਤੀ ਜਾਂਦੀ ਹੈ ਪੀਅਰ ਰਿਵਿਊਜ਼ ਦੇ ਨਾਲ, ਜਾਂ ਮੈਡੀਕਲ ਕਮਿਊਨਿਟੀ ਉਹਨੂੰ ਰੈਕੋਗਨਾਈਜ਼ ਕਰਦੀ ਹੈ ਕਿਸੇ ਲੈਵਲ ਤੇ ਜਾ ਕੇ। ਵੀ ਆਰ ਵੇਟਿੰਗ ਫॉर दैट ਐਂਡ ਵਿਲ ਕੀਪ ਆਵਰ ਫਿੰਗਰਸ ਕ੍ਰੋਸਡ ਵੀ ਆਈ ਵਿਸ਼ ਐਵਰੀਥਿੰਗ ਦੇ ਡਿਡ ਵਾਜ਼ ਅ ਟਰੂ। ਤੇ ਇਸ ਬੈਂਚਮਾਰਕ ਕਿਉਂਕਿ ਇੱਕ ਹੋਮਿਓਪੈਥਿਕ ਦੀ ਹਿਸਟਰੀ ਹੈਗੀ ਆ। ਕਿਊਬਾ ਦੇ ਵਿੱਚ ਜਦੋਂ ਪਲੇਗ ਫੈਲੀ ਸੀ ਉਦੋਂ ਉਹਨਾਂ ਨੇ ਪ੍ਰੋਫਾਈਲੈਕਸਿਸ ਉੱਥੇ ਯੂਜ਼ ਕੀਤਾ ਸੀ, ਜਾਂ ਈਵਨ ਹਨੀਮੈਨ ਦੇ ਟਾਈਮ ਤੇ ਜਿਹੜਾ ਹੋਮਿਓਪੈਥੀ ਦਾ ਮਾਸਟਰ ਸੀਗਾ ਉਹਨੇ ਇਹਨੂੰ ਜੀਨਸ ਐਪੀਡੈਮਿਕ ਦਾ ਨਾਮ ਦਿੱਤਾ ਸੀ। ਜਿਹੜੀ ਮੈਡੀਸਨ ਮਾਸਿਸ ਦੇ ਵਿੱਚ ਜਾਂ ਕਿਸੇ ਸਰਟਨ ਪਾਪੂਲੇਸ਼ਨ ਦੇ ਵਿੱਚ ਉਹਨੂੰ ਰੋਕਣ ਦਾ ਕੰਮ ਕਰਦੀ ਹੈ, ਉਹਨੂੰ ਜੀਨਸ ਐਪੀਡੈਮਿਕ ਹੋਮਿਓਪੈਥਿਕ ਟਰਮ ਦੇ ਵਿੱਚ ਕਹਿੰਦੇ ਹੈਗੇ ਆ। ਤੇ ਦੇ ਆਰ ਯੂਜ਼ਿੰਗ ਆਰਸੈਨਿਕ ਐਲਬਮ 30। ਤੇ ਇਹ ਸਟੱਡੀ ਦਾ ਇੰਨਾ ਕੁ ਪ੍ਰਭਾਵ ਪਿਆ ਹੈਗਾ ਵੀ ਮੇਰੇ ਕੋਲੇ ਜਿਹੜੇ ਪੇਸ਼ੈਂਟ ਹਰ ਰੋਜ਼ ਮਤਲਬ ਲੋਕੀ ਇਹ ਮੈਡੀਸਨ ਦੀ ਡਿਮਾਂਡ ਕਰਦੇ ਆ ਔਰ ਲੋਕੀ ਆਉਂਦੇ ਵੀ ਆ ਪਿਕ ਕਰਨ ਸਿੰਸ ਦੈਟ। ਬਿਲਕੁਲ ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਸਟੱਡੀ ਹੋਈ ਹੈਗੀ ਹੈ ਇਹਦੇ ਉੱਤੇ ਤੇ ਹੁਣ ਟ੍ਰਾਇਲ ਵੀ ਹੋਇਆ ਹੈਗਾ ਆ, ਸੋ ਹਰੇਕ ਕੋਈ ਆਪਣੇ ਆਪਣੇ ਤੌਰ ਦੇ ਉੱਤੇ ਕੰਮ ਕਰ ਰਿਹਾ ਹੈਗਾ ਆ। ਟ੍ਰਾਇਲ ਹੋ ਰਹੇ ਨੇ, ਹਰ ਦੇਸ਼ ਦੇ ਵਿੱਚ ਹੋ ਰਹੇ ਨੇ, ਯੂਨੀਵਰਸਿਟੀ ਦੇ ਵਿੱਚ ਲੱਗੇ ਹੋਏ ਨੇ, ਪ੍ਰੋਫੈਸਰ ਲੱਗੇ ਹੋਏ ਨੇ, ਸਾਇੰਟਿਸਟ ਲੱਗੇ ਹੋਏ ਨੇ ਕਿ ਕੋਈ ਨਾ ਕੋਈ ਦਵਾਈ ਬਣ ਜਾਵੇ ਤਾਂ ਕਿ ਸਾਰੇ ਕਿਤੇ ਇਹਨੂੰ ਸਪਰੈਡ ਕੀਤਾ ਜਾ ਸਕੇ। ਸੋ ਹੁਣ ਜਿਹੜੀ ਤੁਸੀਂ ਹੋਮਿਓਪੈਥਿਕ ਦੇ ਫੀਲਡ ਦੇ ਵਿੱਚ ਗੱਲ ਕੀਤੀ ਹੈ ਸਟੱਡੀ ਦੀ, ਸੋ ਇਸ ਤੋਂ ਬਾਅਦ ਹੁਣ ਇਹ ਕਿੱਥੇ ਕਿੱਥੇ ਅਪਰੋਚ ਹੋਏਗੀ, ਕੌਣ ਟ੍ਰਾਇਲ ਲਵੇਗਾ, ਸੋ ਇਹਦੇ ਬਾਰੇ ਜਿਹੜੀ ਹੈਗੀ ਹੈ ਅਪਰੂਵ ਕੌਣ ਕਰੇਗਾ ਕਿ ਇਹ ਸੱਚੀ ਮੁੱਚੀ ਕੰਮ ਕਰ ਰਹੀ ਹੈ ਨਹੀਂ ਕਰ ਰਹੀ, ਸੋ ਪ੍ਰੋਸੈਸ ਕੀ ਹੋਣ ਵਾਲਾ ਹੈ? ਕਿਉਂਕਿ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀਗੀ ਵੀ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਕੋਈ ਵੀ ਸਟੱਡੀ ਹੁੰਦੀ ਆ ਉਹਦੀ ਵੈਲੀਡੇਸ਼ਨ ਮੰਨੀ ਜਾਂਦੀ ਹੈ ਜਦੋਂ ਪੀਅਰ ਰਿਵਿਊਡ ਹੋ ਜਾਂਦੀ ਹੈਗੀ ਆ, ਜਾਂ ਉਹ ਕਿਸੇ ਜਰਨਲ ਦੇ ਵਿੱਚ ਉਹ ਅਥੈਂਟੀਕੇਟਡ ਐਨਫ ਟੂ ਪਬਲਿਸ਼ ਇਨ ਜਰਨਲ, ਜਿਹੜੇ ਕਿ ਲੋਕੀ ਸਾਰੇ ਉਹਨੂੰ ਦੇਖਦੇ ਆ ਜਾਂ ਰਿਸਰਚ ਵਾਲੇ ਐਨਾਲਿਸਟ ਉਹਨੂੰ ਠੀਕ ਕਰਾਰ ਦੇ ਦਿੰਦੇ ਹੈਗੇ ਆ। ਉਸ ਤੋਂ ਬਾਅਦ ਫਿਰ ਉਹ ਜਾ ਕੇ ਉਹਨੂੰ ਵੈਲਿਡ ਮੰਨਿਆ ਜਾਂਦਾ ਹੈਗਾ। ਹੁਣ ਇਹਦੇ ਵਿੱਚ ਕਈ ਵਾਰੀ ਹੁੰਦਾ ਡਬਲ ਬਲਾਈਂਡ ਸਟੱਡੀਜ਼ ਹੁੰਦੀਆਂ ਜਾਂ ਹੋਰ ਤਰ੍ਹਾਂ ਦੀਆਂ ਸਟੱਡੀਜ਼ ਹੁੰਦੀਆਂ। ਨੰਬਰ ਕਿੰਨਾ ਕੁ ਹੈਗਾ? ਨੰਬਰ ਇਜ਼ ਐਨਫ ਵੀ 6000 ਲੋਕ ਜਾਂ 19 ਕੁਆਰੰਟਾਈਨ ਸੈਂਟਰ ਇਜ਼ ਅ ਗੁੱਡ ਡੈਮੋਗ੍ਰਾਫਿਕ ਟੂ ਸੀ ਵੀ ਇਹ ਕੋਈ ਛੋਟੀ ਸਟੱਡੀ ਨਹੀਂ ਹੈਗੀ। ਪਰ ਫਿਰ ਵੀ ਉਹਨੂੰ ਵੈਲਿਡ ਕਰਨ ਵਾਸਤੇ ਵੀ ਉਹਨਾਂ ਦਾ ਜੈਂਡਰ ਕੀ ਸੀਗਾ, ਉਹਨਾਂ ਦੀ ਜਿਹੜੀ ਹੋਰ ਉਹਨਾਂ ਦੇ ਫੀਚਰਸ ਕੀ ਸੀਗੇ ਜਿਹੜੇ ਗਰੁੱਪ ਦੇ, were they healthy, were they age group ਉਹਨਾਂ ਦਾ ਕਿਹੜਾ ਸੀਗਾ, that need to be considered also when it comes to validate any study। ਫਿਰ ਦੇਖਿਆ ਜਾਂਦਾ ਵੀ ਜਿਹੜੇ ਲੋਕਾਂ ਉਹਦਾ ਕੰਪੈਰੀਜ਼ਨ ਕੀਤਾ ਜਾਂਦਾ ਵੀ ਜਿਹੜੇ ਲੋਕਾਂ ਨੂੰ ਹੋਰ ਜਿਹੜੇ ਕੁਆਰੰਟਾਈਨ ਸੈਂਟਰ ਦੇ ਵਿੱਚੋਂ ਆਏ ਸੀ ਕੁਛ ਨਹੀਂ ਦਿੱਤਾ ਔਰ ਉਹਨਾਂ ਦੇ ਰਿਜ਼ਲਟ ਕੀ ਸੀਗੇ। ਹੋ ਸਕਦਾ ਉਹ ਗਰੁੱਪ ਸਿਮਿਲਰ ਹੋਵੇ ਤੇ ਉਹਨਾਂ ਦੇ ਵਿੱਚ ਚਾਂਸਸ ਹੀ ਘੱਟ ਹੋਣ ਜਾਂ ਉਹਨਾਂ ਦਾ ਕੰਟੈਕਟ ਉਹਨਾਂ ਨਾ ਹੋਵੇ। ਤੇ ਇਸ ਕਰਕੇ ਕਈ ਹਲੇ ਕੁਐਸਚਨ ਮਾਰਕ ਹੈਗੇ ਆ। ਵਿਲ ਕੀਪ ਆਵਰ ਫਿੰਗਰ ਕ੍ਰੋਸਡ ਵੀ ਲੈਟਸ ਸੀ what is the outcome ਜਦੋਂ ਥੋੜੇ ਮਹੀਨਿਆਂ ਬਾਅਦ ਹੋਊਗਾ, ਕਿਉਂਕਿ ਇਸੇ ਕੁਆਇਟ ਰੀਸੈਂਟ 10 ਅਪ੍ਰੈਲ ਤੋਂ ਲੈ ਕੇ 24 ਅਪ੍ਰੈਲ 2020 ਤੱਕ ਇਹ ਸਟੱਡੀ ਹੋਈ ਹੈ, 14 ਦਿਨ ਦੀ ਸਟੱਡੀ ਸੀਗੀ। ਤੇ ਹੌਲੀ ਹੌਲੀ ਉਹ ਪਬਲਿਸ਼ ਕਰਨਗੇ ਜਾਂ ਫਿਰ ਉਹਦੇ ਹੋਰ ਆਪਦੀਆਂ ਇਨਪੁਟਸ ਦੇਣਗੇ, ਜਾਂ ਵਰਲਡ ਲੈਵਲ ਤੇ ਜਿਹੜੇ ਗਲੋਬਲ ਲੋਕੀ ਬੈਠੇ ਹੁੰਦੇ ਐਕਸਪਰਟ, ਸਬਜੈਕਟ ਐਕਸਪਰਟ, ਉਹ ਆਪਣਾ ਨੋਟ ਲਿਖਦੇ ਆ ਵੀ ਜਾਂ ਉਹਦਾ ਨੋਟਿਸ ਲੈਂਦੇ ਆ, ਉਹਦਾ ਅੱਗੇ ਕੀ ਰਿਜ਼ਲਟ ਮਿਲਦੇ ਆ। ਬਿਲਕੁਲ ਬੜੀ ਡੀਪ ਸਟੱਡੀ ਮੈਨੂੰ ਲੱਗਦਾ ਕਰਨੀ ਪੈਂਦੀ ਹੈ ਵੀ ਕਿਹੜੇ ਕਿਹੜੇ ਸਿੰਪਟਮ ਸੀਗੇ ਉਹਨਾਂ ਨੂੰ, ਪਹਿਲਾਂ ਕਿਹੜੇ ਸਿੰਪਟਮ ਸੀ, ਕੋਈ ਹੋਰ ਬਿਮਾਰੀ ਨਹੀਂ ਸੀ, ਕੋਈ ਡਿਸੀਜ਼ ਨਹੀਂ ਸੀ। ਸੋ ਬਹੁਤ ਚੀਜ਼ਾਂ ਮੈਨੂੰ ਲੱਗਦਾ ਮੈਡੀਕਲ ਖੇਤਰ ਦੇ ਦੇਖਣੀਆਂ ਪੈਂਦੀਆਂ ਨੇ। ਹਾਂਜੀ, ਕਈ ਫੈਕਟਰਸ ਦੇਖਣੇ ਪੈਂਦੇ ਆ ਵੀ ਉਹਨਾਂ ਦਾ ਏਜ ਗਰੁੱਪ ਕੀ ਸੀਗਾ, ਉਹਨਾਂ ਦਾ ਜੈਂਡਰ ਕੀ ਸੀਗਾ, ਉਹਨਾਂ ਦਾ ਇਨਕਮ ਗਰੁੱਪ ਕੀ ਸੀ, ਉਹਨਾਂ ਦੀ ਪਰਸਨਲ ਹਾਈਜੀਨ ਕੀ ਸੀਗੀ, ਜਾਂ ਇਸ ਤਰ੍ਹਾਂ ਦੇ ਸਿਮਿਲਰ ਹੋਰ ਸਟੱਡੀਜ਼ ਹੋਈਆਂ ਉਹਨਾਂ ਦੇ ਵਿੱਚ ਕੀ ਡਿਫਰੈਂਸ ਸੀਗਾ, ਜਾਂ ਵੈਦਰ ਕਿਹੋ ਜਿਹਾ ਸੀ, ਫਰਜ਼ ਕਰੋ।
ਹੂੰ। these are ਬਿਲਕੁਲ ਜਿਵੇਂ ਕਹਿ ਰਹੇ ਕਿ 2 ਸਾਲ ਲੱਗ ਜਾਣਗੇ ਜੇ ਏਦਾਂ ਦੀ ਕੋਈ ਵੈਕਸੀਨ ਬਣਾਉਣੀ ਹੈ, ਡਿਵੈਲਪ ਕਰਨੀ ਹੈ, ਪਰ ਹੁਣ ਸਾਰਿਆਂ ਦੀ ਦੌੜ ਇਹੀ ਲੱਗੀ ਹੈ ਕਿ ਜਲਦ ਤੋਂ ਜਲਦ ਕੋਈ ਵੈਕਸੀਨ ਬਣ ਜਾਵੇ। ਤੇ ਕਿਉਂਕਿ ਹਾਂਜੀ ਜਿਹੜੇ ਹੁਣ ਕੋਵਿਡ ਦੇ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਡਾਕਟਰ ਗਿੱਲ ਆਪਣੀ ਪਿਛਲੀ ਗੱਲਬਾਤ ਦੇ ਵਿੱਚ ਕਿ ਜਿਹੜੇ ਹੁਣ ਸਿੰਪਟਮਸ ਹੈਗੇ ਆ ਉਹ ਅਲੱਗ-ਅਲੱਗ ਤਰ੍ਹਾਂ ਦੇ ਹੋ ਚੁੱਕੇ ਆ। ਇਹ ਨਹੀਂ ਕਿ ਹੁਣ ਸਿਰਫ ਤੁਹਾਡਾ ਟੈਂਪਰੇਚਰ ਹਾਈ ਹੋਣ ਦੇ ਨਾਲ ਜਾਂ ਤੁਹਾਡੇ ਗਲਾ ਖਰਾਬ ਹੋਣ ਦੇ ਨਾਲ ਆ, ਹੁਣ ਡਿਫਰੈਂਟ ਤਰ੍ਹਾਂ ਦੇ ਜਿਹੜੇ ਲੱਛਣ ਕੋਵਿਡ ਦੇ ਨਾਲ ਪਾਏ ਜਾ ਰਹੇ ਆ। ਡਿਫਰੈਂਟ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਡਿਫਰੈਂਟ ਐਸਪੈਕਟ ਇਸ ਵਾਇਰਸ ਦੇ ਸਾਹਮਣੇ ਆ ਰਹੇ ਨੇ। ਸੋ ਉਹਦੇ ਵਿੱਚ ਇੱਕ ਇਹ ਵੀ ਹੈ ਕਿ ਵਿਟਾਮਿਨ ਡੀ ਜਦੋਂ ਅਸੀਂ ਜਿਨ੍ਹਾਂ ਦੇ ਵਿੱਚ ਹਮ, ਵਿਟਾਮਿਨ ਡੀ ਦੀ ਘਾਟ ਹੁੰਦੀ ਹੈ, ਪਹਿਲਾਂ ਤਾਂ ਕਹਿ ਰਹੇ ਸੀ ਕਿ ਵਿਟਾਮਿਨ ਸੀ ਤੁਸੀਂ ਪੀ ਲਓ ਤੇ ਉਹਦੇ ਨਾਲ ਹਾਂ ਠੀਕ ਹੋ ਜਾਊਗਾ। ਲੋਕਾਂ ਨੇ ਵਿਟਾਮਿਨ ਸੀ ਬਹੁਤ ਪੀਤੇ, ਲੈਮਨ ਬਹੁਤ ਪੀਤਾ। ਸੋ ਹਮ। ਹੁਣ ਵਿਟਾਮਿਨ ਡੀ ਜਿਨ੍ਹਾਂ ਦੇ ਵਿੱਚ ਘੱਟ ਹੈ ਉਹਨਾਂ ਨੂੰ ਛੇਤੀ ਹੋ ਰਿਹਾ ਹੈਗਾ ਆ। ਸੋ ਉਹਨਾਂ ਦੇ ਲਈ ਕੋਈ ਟਿਪਸ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਜਿਨ੍ਹਾਂ ਦੇ ਕੋਲ ਵਿਟਾਮਿਨ ਡੀ ਦੀ ਘਾਟ ਹੈਗੀ ਹੈ? ਸਭ ਤੋਂ ਪਹਿਲੀ ਗੱਲ ਤਾਂ ਜੀ ਮੈਂ ਇੱਥੇ ਕਲੀਅਰ ਕਰ ਦਿਆਂ, ਜਿੰਨੇ ਵੀ ਆਪਾਂ ਸਾਊਥ ਏਸ਼ੀਅਨਸ ਕੰਟਰੀਜ਼ ਦੇ ਇੱਥੇ ਮੂਲ ਦੇ ਲੋਕੀ ਹੈਗੇ ਆ, ਨਾਰਥ ਅਮਰੀਕਾ ਦੇ ਵਿੱਚ ਰਹਿੰਦੇ ਆ, 95% ਆਫ ਦਾ ਪੀਪਲ ਦੇ ਆਰ ਲੋ ਔਨ ਵਿਟਾਮਿਨ ਡੀ। ਉਹਦਾ ਇਫੈਕਟ ਇਹ ਪੈਂਦਾ ਹੈਗਾ, ਲੈਸ ਨੋਨ ਫੈਕਟ ਅਬਾਊਟ ਵਿਟਾਮਿਨ ਡੀ ਇਜ਼ ਇਹ ਤੁਹਾਡੀ ਜਿਹੜੀ ਇਮਿਊਨਿਟੀ ਵਾਸਤੇ ਰਿਸਪੌਂਸੀਬਲ ਹੈਗਾ। ਤੁਹਾਡਾ ਦ ਪੀਪਲ ਹੂ ਆਰ ਲੋ ਔਨ ਵਿਟਾਮਿਨ ਡੀ there is a good possibility ਉਹਨਾਂ ਦਾ ਇਮਿਊਨ ਸਿਸਟਮ ਥੋੜ੍ਹਾ ਬਹੁਤਾ ਦੂਜਿਆਂ ਦੇ ਕੰਪੈਰੀਟਿਵਲੀ ਲੋ ਹੋਊਗਾ। ਉਹਨੂੰ ਬੂਸਟ ਕਰਨ ਦਾ ਇੱਕੋ ਹੀ ਤਰੀਕਾ, ਇਸ ਵੈਰੀ ਈਜ਼ੀ ਇਨ ਐਕਸਪੈਂਸਿਵ ਵੇ, ਵੀ ਤੁਸੀਂ ਧੁੱਪ ਦੇ ਵਿੱਚ ਥੋੜ੍ਹਾ ਬਹੁਤਾ ਜਦੋਂ ਮਾਰਨਿੰਗ ਜਿਹੜੀ 11-12 ਵਜੇ ਤੋਂ ਪਹਿਲਾਂ ਵਾਲੀ ਧੁੱਪ ਹੁੰਦੀ ਹੈ ਉਹਦੇ ਵਿੱਚ 15-20 ਮਿੰਟ ਤੁਸੀਂ ਵਿਦ ਬੇਅਰ ਮਿਨੀਮਮ ਕਲੋਥਿੰਗ ਜਾਂ ਸ਼ਾਰਟਸ ਵਗੈਰਾ ਜੇ ਤੁਹਾਡਾ ਵੈਦਰ ਪਰਮਿਟ ਕਰਦਾ ਤਾਂ ਤੁਸੀਂ 15 ਮਿੰਟ ਦੀ ਧੁੱਪ ਦੇ ਨਾਲ ਤੁਸੀਂ ਜਿਹੜੀ ਡੇਲੀ ਇਨਟੇਕ ਹੈ ਜਿੰਨੀ ਕੁ ਆਪਾਂ ਨੂੰ ਚਾਹੀਦੀ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਵੀ ਕਈ ਚੱਕਰ ਹੈਗੇ ਆ। ਜਿਹੜੀ ਇਹਦੀ ਇਨਟੇਕ ਹੈਗੀ ਆ ਵਿਟਾਮਿਨ ਡੀ ਦੀ, ਉਹ ਪਿਛਲੇ 30-35 ਸਾਲਾਂ ਤੋਂ ਰਿਵਾਈਜ਼ ਨਹੀਂ ਕੀਤੀ ਗਈ। ਰਿਕੁਆਇਰਡ ਡੇਲੀ ਇਨਟੇਕ ਹੈ ਉਹ ਸਟਿਲ, ਜੇ ਬੁੱਕਸ ਦੇ ਹਿਸਾਬ ਨਾਲ ਦੇਖੀ ਤਾਂ 400 IU ਹੈਗੀ ਆ। ਪਰ ਜੇ ਤੁਸੀਂ ਉਹ 400 IU ਲੈਂਦੇ ਆ ਤੇ ਤੁਸੀਂ ਲੋ ਹੈਗੇ ਆ, ਯੂ ਕੈਨ ਨੈਵਰ ਕੈਚ ਅਪ। ਸਮਟਾਈਮਸ ਤੁਹਾਡਾ ਜਿਹੜਾ ਡਾਕਟਰ ਹੁੰਦੇ ਆ ਉਹ ਤੁਹਾਨੂੰ D2 ਕਾਫੀ 50,000 ਜਾਂ 25,000 ਇੰਟਰਨੈਸ਼ਨਲ ਯੂਨਿਟ IU ਤੁਹਾਨੂੰ ਪ੍ਰਿਸਕ੍ਰਾਈਬ ਕਰਦੇ ਆ, ਪਰ ਓਵਰ ਦੀ ਕਾਊਂਟਰ D3 ਅਵੇਲੇਬਲ ਹੈਗਾ। 2000 ਇਜ਼ ਅ ਵੈਰੀ ਸੇਫ ਡੋਜ਼। ਔਰ ਆਈ ਟੈਲ ਆਲ ਮਾਈ ਪੇਸ਼ੈਂਟਸ ਵੀ ਤੁਸੀਂ 2000 ਲੈ ਲਓ unless you have a valid reason to show। ਅੱਜ ਕੱਲ੍ਹ ਟੈਸਟ ਹੁੰਦੇ ਵਿਟਾਮਿਨ ਡੀ ਦੇ, they can tell you ਵੀ ਤੁਹਾਡਾ ਲੈਵਲ ਕਿੱਥੇ ਹੈਗਾ, ਉਹਦੇ ਹਿਸਾਬ ਨਾਲ ਉਹਦੀ ਡੋਜ਼ ਡਿਸਾਈਡ ਕੀਤੀ ਜਾਂਦੀ ਹੈ। ਬਿਲਕੁਲ। ਤੇ ਹੁਣ COVID-19 ਨੂੰ ਲੈ ਕੇ ਹਰ ਕੋਈ ਸੋਚ ਰਿਹਾ ਹੈ ਕਿ ਕੀ ਕਰਨਾ ਚਾਹੀਦਾ ਹੈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਪ੍ਰੋਟੈਸਟ ਹੈਗੇ ਹੋ ਰਹੇ ਆ, ਲੋਕ ਹੁਣ ਕਹਿੰਦੇ ਆ ਕਿ ਅਸੀਂ ਘਰਾਂ ਚੋਂ ਬਾਹਰ ਨਿਕਲਣਾ, ਕਿੰਨਾ ਕੁ ਟਾਈਮ ਆਖਿਰ ਅਸੀਂ ਘਰਾਂ ਦੇ ਵਿੱਚ ਬੈਠੇ ਰਵਾਂਗੇ। ਸੋ ਇੱਕ ਦਿਨ ਤਾਂ ਅਸੀਂ ਬਾਹਰ ਆਉਣਾ ਹੀ ਹੈਗਾ ਆ, ਪਰ ਪ੍ਰੀਕਾਸ਼ਨਸ ਜ਼ਰੂਰੀ ਹੈਗੇ ਨੇ। ਤੇ ਹੁਣ ਲੋਕਾਂ ਦੇ ਕੋਲ ਜੌਬ ਨਹੀਂ ਹੈਗੀ। ਹੁਣ ਅਸੀਂ ਅਮਰੀਕਾ ਦੀ, ਕੈਨੇਡਾ ਦੀ, ਇੰਡੀਆ ਦੀ ਕਿਤੇ ਵੀ ਗੱਲ ਕਰ ਲਈਏ, ਬਹੁਤ ਸਾਰੇ ਲੋਕਾਂ ਦੀਆਂ ਜੌਬਸ ਚਲੀਆਂ ਗਈਆਂ ਨੇ। ਬਹੁਤ ਸਾਰੇ ਲੋਕ ਆਪਣੇ ਨਾਲਦਿਆਂ ਨੂੰ, ਆਪਣੇ ਸਾਥੀਆਂ ਨੂੰ ਮਿਲਣ ਤੋਂ ਰਹਿ ਗਏ ਨੇ, ਕਿਉਂਕਿ ਉਹ ਬਹੁਤ ਸਾਰੇ ਜਾਣਿਆਂ ਨੂੰ ਡਿਪਰੈਸ਼ਨ ਹੋ ਗਿਆ ਆ। ਅਸੀਂ ਡਾਕਟਰਸ ਵੀ, ਰਸ਼ੀਅਨ ਡਾਕਟਰਸ ਦੀ ਗੱਲ ਕਰ ਲਈਏ, ਉਹਨਾਂ ਨੇ ਸੁਸਾਈਡ ਕੀਤਾ। ਇੱਕ ਨਿਊਯਾਰਕ ਦੇ ਵਿੱਚ ਟਾਪ ਡਾਕਟਰ ਆ, ਉਹਨਾਂ ਨੇ ਸੁਸਾਈਡ ਕੀਤਾ। ਸੋ ਡਿਪਰੈਸ਼ਨ, ਮੈਂਟਲ ਹੈਲਥ ਜਿਹੜਾ ਹੈਗਾ ਆ, ਉਹਦੀ ਬਿਮਾਰੀਆਂ ਜਿਹੜੀਆਂ ਅੱਗੇ ਹੋਰ ਵੀ ਵਧਣ ਵਾਲੀਆਂ। ਪਰ ਹੁਣ ਇੱਕ ਸਟੱਡੀ ਕਹਿ ਰਹੀ ਹੈਗੀ ਹੈ ਕਿ 50% ਚਾਈਨਾ ਦੇ ਵਿੱਚ ਲੋਕ ਡਿਪਰੈਸ਼ਨ 'ਚ ਚਲੇ ਗਏ ਨੇ। 37% ਲੋਕ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਜਾ ਸਕਦੇ ਨੇ, ਤੇ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਪਰਸੈਂਟੇਜ 70% ਲੋਕ ਜਿਹੜੇ ਆ ਡਿਪਰੈਸ਼ਨ 'ਚ ਜਾ ਸਕਦੇ ਨੇ, ਜਾਂ ਅੱਧੇ ਉਹਨਾਂ ਦੇ ਵਿੱਚੋਂ ਚਲੇ ਗਏ ਨੇ ਆਲਰੇਡੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੀ ਇਹ ਬਿਮਾਰੀ ਹੈ, ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਸ ਟਾਈਮ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਹੈਲਥ ਹੈ, ਦੈਟ ਇਜ਼ ਨੰਬਰ 1 ਰੀਜ਼ਨ ਫॉर ਇਕਨੋਮਿਕ ਡਾਊਨ ਟਰਨ ਜਿਹੜੀ ਹੁੰਦੀ ਹੈ, ਉਹ ਮੋਸਟਲੀ ਰੀਜ਼ਨ ਹੈਗਾ ਇੱਥੇ ਜਿਹੜੀਆਂ ਮੈਂਟਲ ਡਿਜ਼ੀਜ਼ਸ ਦਾ। ਤੇ ਉਹਨੂੰ ਕਰਨ ਵਾਸਤੇ ਤੁਸੀਂ ਹੁਣ ਜਦੋਂ 20% ਦੇ ਕਰੀਬ ਜਿਹੜਾ ਅਨਆਥੋਰਾਈਜ਼ਡ ਸੋਰਸਿਸ ਤਾਂ ਇਹ ਕਹਿ ਰਿਹਾ ਵੀ ਅਮਰੀਕਾ ਦੇ ਵਿੱਚ 19% ਤੱਕ ਅਨਐਮਪਲੋਇਮੈਂਟ ਦਾ ਰੇਟ ਹੈਗਾ, ਜਦੋਂ ਕਿ ਅਫੀਸ਼ੀਅਲ ਨੰਬਰ ਉਹਦੇ ਨਾਲੋਂ ਕਾਫੀ ਘੱਟ ਸ਼ੋ ਕਰ ਰਹੇ ਆ। ਇਹਦਾ ਮਤਲਬ ਇਹ ਹੋਇਆ ਵੀ ਹਰ 5ਵਾਂ ਬੰਦਾ ਬਿਨਾਂ ਜੌਬ ਤੋਂ ਹੈਗਾ ਜੀ। ਤੇ ਇਹ ਸੁਭਾਵਿਕ ਹੈ ਵੀ ਉਹਨਾਂ ਲੋਕਾਂ ਦੇ ਵਿੱਚ ਪੈਨਿਕ ਹੋਊਗਾ, ਕ੍ਰਾਈਮ ਵੀ ਵੱਧਦਾ ਹੈਗਾ, ਲੋਕਾਂ ਦੇ ਵਿੱਚ ਜਿਹੜਾ ਸਟ੍ਰੈਸ ਵੱਧਦਾ ਹੈਗਾ, ਐਂਗਜ਼ਾਇਟੀ ਹੁੰਦੀ ਹੈਗੀ ਆ, ਕਿਉਂਕਿ ਉਹਨਾਂ ਵਾਸਤੇ ਜ਼ਰੂਰੀ ਹੈ ਜਿਹੜੀ ਆਪਦਾ ਰੋਜੀ ਰੋਟੀ ਕਮਾਉਣੀ। ਜਦੋਂ ਔਰ ਐਕਸਰਸਾਈਜ਼, ਲੈਕ ਆਫ ਐਕਸਰਸਾਈਜ਼, ਜਦੋਂ ਜਾਂ ਕੋਈ ਤੁਹਾਡੇ ਨੀਅਰ ਲਵਡ ਵਨ ਦੀ ਡੈਥ ਹੋ ਜਾਂਦੀ ਹੈ ਜਾਂ ਕਿਸੇ ਜੌਬ ਚਲੀ ਜਾਂਦੀ ਹੈ, ਆਲ ਦੀਜ਼ ਆਰ ਕੰਟਰੀਬਿਊਟਿੰਗ ਟੂ ਦਿਸ ਸਿਚੁਏਸ਼ਨ। ਇਹ ਹਮੇਸ਼ਾ ਪਹਿਲਾਂ ਵੀ ਪੈਂਡੈਮਿਕ ਤੋਂ ਬਾਅਦ ਦਾ ਇਫੈਕਟ ਹੁੰਦਾ, ਤੇ ਜਿਸ ਤਰ੍ਹਾਂ ਲੜਾਈਆਂ ਤੋਂ ਬਾਅਦ ਫਿਰ ਉਹ
ਮਾਰ ਦੇ ਅਸਰ ਆਉਂਦੇ ਆ, ਹੌਲੀ ਹੌਲੀ ਇਹ ਨੰਬਰ ਇਜ਼ ਗੋਇੰਗ ਟੂ ਇਨਕਰੀਜ਼ ਇਨ ਕਮਿੰਗ ਮੰਥ ਐਂਡ ਈਅਰਸ ਆ। ਤੇ ਉਹਦੇ ਵਾਸਤੇ ਪਬਲਿਕ ਹੈਲਥ ਜਿਹੜਾ ਸਿਸਟਮ ਹੈਗਾ ਉਹ ਅਵੇਅਰ ਵੀ ਹੈਗਾ, ਔਰ ਸਾਰੇ ਦੇ ਸ਼ੁੱਡ ਬੀ ਪ੍ਰੀਪੇਅਰਡ ਫॉर दैट। ਤੇ ਬਚਣ ਦਾ ਇਹੀ ਤਰੀਕਾ ਹੈਗਾ ਜੀ ਵੀ ਸਟ੍ਰੈਸ ਨੂੰ ਤੁਸੀਂ ਤੁਹਾਡੀ ਬਾਡੀ ਰੈਜ਼ਿਲੀਅੰਸ ਹੋ ਸਕਦੀ ਆ, ਤੁਸੀਂ ਉਹਨੂੰ ਵਾਰਡ ਤਾਂ ਕਰ ਨਹੀਂ ਸਕਦੇ। ਤੁਸੀਂ ਯੂ ਲਰਨ ਹਾਊ ਟੂ ਫਾਈਟ ਵਿਦ ਇਟ, ਵੀ ਐਕਸਰਸਾਈਜ਼ ਕਰਨੀ ਹੈ, ਪ੍ਰੋਪਰ ਡਾਈਟ ਲਓ, ਪ੍ਰੋਪਰ ਸਲੀਪ ਲਓ, ਜਦੋਂ ਈਜ਼ ਖੁੱਲ੍ਹ ਜਾਂਦੀਆਂ ਤੁਸੀਂ ਪ੍ਰੋਪਰ ਐਕਸਰਸਾਈਜ਼ ਕਰੋ, ਕੀਪ ਯੋਰਸੈਲਫ ਹਾਈਡਰੇਟਡ ਤੇ ਟਾਈਮ ਸਪੈਂਡ ਕਰੋ। ਜਿਸ ਤਰ੍ਹਾਂ ਹੁਣ ਜੇ ਆਪਾਂ ਹੁਣ 2 ਮਹੀਨੇ ਫੈਮਿਲੀ ਦੇ ਨਾਲ ਸਪੈਂਡ ਕਰ ਸਕਦੇ ਹਾਂ ਜਾਂ ਬੱਚਿਆਂ ਦੇ ਨਾਲ ਕਰ ਸਕਦੇ ਹਾਂ, ਤਾਂ ਵਾਈ ਨਾਟ ਇਨ ਕਮਿੰਗ ਮੰਥਸ ਐਂਡ ਈਅਰਸ ਥੋੜ੍ਹਾ ਸਲੋ ਡਾਊਨ ਹੋਵੋ। ਕੁਦਰਤ ਨੇ ਆਪਾਂ ਨੂੰ ਸਲੋ ਡਾਊਨ ਕੀਤਾ ਨਹੀਂ, ਆਪਾਂ ਆਪ ਕਦੇ ਸਲੋ ਡਾਊਨ ਨਹੀਂ ਹੁੰਦੇਗੇ। ਇਹ ਇਸ ਲੈਸਨ ਵੀ ਥੋੜੇ ਘੰਟੇ ਵੀ ਕੰਮ ਕਰਕੇ ਗੁਜ਼ਾਰਾ ਹੋ ਸਕਦਾ, ਜਾਂ ਬਿਨਾਂ ਕੰਮ ਕੀਤੋਂ ਵੀ ਗੁਜ਼ਾਰਾ ਹੋ ਸਕਦਾ। That's what nature is trying to tell us. We should listen to the call of nature. ਬਿਲਕੁਲ, ਬਹੁਤ ਵਧੀਆ ਗੱਲ ਕਹੀ ਹੈ ਤੁਸੀਂ। ਸਾਨੂੰ ਨੇਚਰ ਨੂੰ ਸੁਣਨਾ ਚਾਹੀਦਾ ਹੈਗਾ ਆ, ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਡਾਕਟਰ ਸਾਹਿਬ, ਅੱਜ ਦੇ ਗੱਲਬਾਤ ਸਾਡੇ ਲਈ ਇੰਨਾ ਕੀ ਟਾਈਮ ਸੀਗਾ, ਤੇ ਹੁਣ ਜਾਂਦੇ ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ? ਇਹੀ ਹੈਗਾ ਜੀ ਵੀ ਡੋਂਟ ਗੈਟ ਪੈਨਿਕ। ਅਗਰ ਨੰਬਰ ਜਦੋਂ ਇਹ ਹੁਣ 2 ਵੀਕ ਨੂੰ ਜਿਹੜੇ ਖੁੱਲ੍ਹਣ ਦੇ ਅਸਾਰ ਖੁੱਲ੍ਹ ਗਏ ਆ, ਇਹਨਾਂ ਦੇ ਰਿਜ਼ਲਟ ਆਉਣਗੇ, ਤਾਂ ਪੀਪਲ ਸ਼ੁੱਡ ਨਾਟ ਬੀ ਪੈਨਿਕ ਵੀ ਜੇ ਉਹ ਨੰਬਰ ਵੱਧਦੇ ਆ, ਕਿਉਂਕਿ authorities are aware of it ਵੀ ਇਹਦੇ ਰਿਜ਼ਲਟਸ ਕੀ ਆਉਣੇ ਆ। although they publicly they're not telling us the truth, but they are prepared for it. Now the hospitals are preparing for those kind of wave, if any of the wave is coming. ਤੇ ਹਰ ਇੱਕ ਨੂੰ ਆਪਣਾ ਆਪਣਾ ਰੋਲ ਕਰਨਾ ਚਾਹੀਦਾ। ਜਿੰਨੀ ਕੁ ਅਸੀਂ ਕੰਟੈਕਟ ਟ੍ਰੇਸਿੰਗ ਕਰ ਸਕਦੇ ਹਾਂ, ਪ੍ਰੋਟੈਕਸ਼ਨ ਵੇਅਰ ਕਰ ਸਕਦੇ ਹਾਂ, ਅਨਨੈਸੈਸਰੀ ਬਾਹਰ ਨਾ ਜਾਈਏ ਜੇ ਸਰਦਾ ਤਾਂ। ਵੀ ਸਟਿਲ ਕੀਪ ਦੋਜ਼ ਹੈਬਿਟਸ ਔਨ, ਜਿਹੜੀਆਂ ਆਪਾਂ 2-3 ਮਹੀਨਿਆਂ ਮਤਲਬ 1.5 ਮਹੀਨੇ 'ਚ ਜਾਂ 2 ਮਹੀਨਿਆਂ 'ਚ ਲਰਨ ਕੀਤੀਆਂ। ਵੀ ਸਟਿਲ ਸ਼ੁੱਡ ਕੀਪ ਦੋਜ਼ ਹੈਬਿਟਸ ਇੰਟੈਕਟ, ਵੀ ਹੱਥ ਧੋਣੇ ਆ, ਪਰਸਨਲ ਹਾਈਜੀਨ ਰੱਖਣੀ ਆ, ਮੂੰਹ ਢੱਕਣਾ, ਮਾਸਕ ਪਾ ਕੇ ਜਾਣਾ। ਤੇ these are the and keep those loved ones ਜਿਹੜੇ ਸੀਨੀਅਰਸ ਹੈ ਉਹਨਾਂ ਨੂੰ ਸਟਿਲ ਹਲੇ ਆਪਾਂ ਕਵਰਡ ਰੱਖੀਏ, ਉਹਨਾਂ ਨੂੰ ਬਾਹਰ ਨਾ ਕੱਢੀਏ, ਕੋਸ਼ਿਸ਼ ਕਰੀਏ। ਬਿਲਕੁਲ ਜੀ, ਥੈਂਕ ਯੂ ਸੋ ਮਚ ਡਾਕਟਰ ਗਿੱਲ। ਥੈਂਕ ਯੂ ਤੁਹਾਡਾ ਟਾਈਮ ਦੇਣ ਦੇ ਲਈ। ਹਰ ਵਾਰ ਤੁਸੀਂ ਸਾਨੂੰ ਆਪਣਾ ਟਾਈਮ ਦਿੰਦੇ ਹੋ ਤੇ ਇਨਫੋਰਮੇਸ਼ਨ ਜਿਹੜੀ ਸਾਡੇ ਨਾਲ ਸਾਂਝੀ ਕਰਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ ਤੁਹਾਡਾ FYI ਮੀਡੀਆ ਦਾ ਵੀ ਜੀ। ਥੈਂਕ ਯੂ। ਸੋ ਅੱਜ ਗੱਲਬਾਤ ਹੋਈ ਡਾਕਟਰ ਹਰਮਿੰਦਰ ਸਿੰਘ ਗਿੱਲ ਦੇ ਨਾਲ। ਅਗਲੀ ਵਾਰ ਇਸੇ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਨਾਲ ਫਿਰ ਵਾਪਸ ਆਵਾਂਗੇ। ਤੁਸੀਂ ਦੇਖਦੇ ਰਹੋ FYI ਮੀਡੀਆ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।